ਜਿਹੜਾ ਖੇਤੀ ਬਿੱਲ ਨੇ 3 ਉਹਨਾਂ ਤੇ ਗੱਲ ਦੀ ਸਰਕਾਰ ਨਹੀਂ ਆਈ। ਪਹਿਲਾਂ ਵਾਲੇ ਪੈਂਤਰੇ ਤੇ ਖੜੀ ਹੈ। ਤੁਸੀਂ ਵੀ ਸੁਣਦੇ ਹੋ, ਅਸੀਂ ਵੀ ਸੁਣਦੇ ਰਹੇ ਹਾਂ। ਸਰਕਾਰ ਹੁਣ ਤੱਕ ਕਦੇ ਸਾਨੂੰ ਕਿਸਾਨ ਹੀ ਨਹੀਂ ਸੀ ਮੰਨ ਰਹੀ, ਕਦੇ ਨਕਸਲਵਾੜੀਏ, ਕਦੇ ਖਾਲਿਸਤਾਨੀਏ। ਖੇਤੀਬਾੜੀ ਮੰਤਰੀ ਨੇ ਇਹ ਮੰਨਿਆ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਵੀ ਤੁਸੀਂ ਬਹੁਤ ਹੀ ਪੀਸਫੁਲ ਅੰਦੋਲਨ ਚਲਾ ਰਹੇ ਹੋ। ਇਹਦਾ ਅਰਥ ਇਹ ਬਣਦਾ ਹੈ ਵੀ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਤੁਹਾਨੂੰ ਭੜਕਾਉਣ ਦੀ, ਪਰ ਗੱਲ ਨਹੀਂ ਬਣੀ। ਅਸਲ 'ਚ ਜੀਓ ਦੇ ਕਾਰਪੋਰੇਟ ਘਰਾਣਿਆਂ ਦੇ ਪ੍ਰਤੀ ਨਫ਼ਰਤ ਲੋਕਾਂ 'ਚ ਇੰਨੀ ਫੈਲ ਗਈ ਵੀ ਉਹ ਆਪ ਮੁਹਾਰੇ ਫੈਸਲੇ ਕਰਕੇ ਟਾਵਰ ਕੱਟਣ ਦੇ ਫੈਸਲੇ ਕਰੀ ਜਾਂਦੇ ਨੇ। ਕੋਈ ਟਾਵਰ ਕੱਟੀ ਜਾਂਦਾ, ਕੋਈ ਕਨੈਕਸ਼ਨ ਕੱਟੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਸੁਖਵਿੰਦਰ ਸਿੰਘ ਚਤਾਲਾ, ਸੀਨੀਅਰ ਮੀਤ ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਜੋਗਿੰਦਰ ਸਿੰਘ ਗੁਰਾਹਾਂ। ਸ਼ਿੰਗਾਰਾ ਸਿੰਘ ਮਾਨਵੀ ਏਕਤਾ ਗੁਰਾਹਾਂ ਦਾ ਸੂਬਾ ਸਕੱਤਰ। ਮਲਕੀਤ ਸਿੰਘ ਜੱਤੋ, ਰਾਸ਼ਟਰੀ ਕਿਸਾਨ ਮੋਰਚਾ ਪੰਜਾਬ ਪ੍ਰਧਾਨ। किसान संघर्ष समिति अध्यक्ष अनंजय कुमार। ਕਰ ਲਓ ਸ਼ੁਰੂ। ਅੱਜ ਦੀ ਪ੍ਰੈਸ ਕਾਨਫਰੰਸ ਨੂੰ ਸਾਥੀਓ, ਜਿਹੜੀ ਕੱਲ੍ਹ ਦੀ ਗੱਲਬਾਤ ਹੋਈ ਹੈ ਕੇਂਦਰ ਸਰਕਾਰ ਨਾਲ, ਉਹਦੇ ਵਿਸ਼ੇ 'ਤੇ ਕਰ ਰਹੇ ਹਾਂ। ਉਹਦੇ ਬਾਰੇ ਸਾਡਾ ਐਨਾਲਿਸਿਸ ਕੀ ਬਣਿਆ ਉਹਦੇ ਬਾਰੇ ਕਰ ਰਹੇ ਹਾਂ। ਕੱਲ੍ਹ ਦੀ 5-6 ਘੰਟੇ ਚੱਲੀ ਮੀਟਿੰਗ ਦੇ ਵਿੱਚ ਸਰਕਾਰ ਦਾ ਜਿਹੜਾ ਰਵੱਈਆ ਸੀ ਪਹਿਲਾਂ ਨਾਲੋਂ ਬਦਲਿਆ ਵਾ ਸੀ। ਅੰਦੋਲਨ ਦੀ ਦਾਬ ਮੰਨੀ ਹੋਈ ਸੀ ਉਹਨਾਂ ਦੀ, ਜਿਹਦੇ ਕਰਕੇ ਉਹਨਾਂ ਨੇ ਤੁੱਛ ਜੀਆਂ ਰਹਿਤਾਂ ਦਾ ਸਵੀਕਾਰ ਕੀਤੀਆਂ ਨੇ। ਭਾਵੇਂ ਉਹਨਾਂ ਨੂੰ ਕੋਈ ਬਹੁਤ ਵੱਡੀ ਜਿੱਤ ਵਾਲਾ ਰੁਤਬਾ ਨਹੀਂ ਦਿੱਤਾ ਜਾ ਸਕਦਾ, ਉਸ ਗੱਲ ਨੂੰ ਕਿਹਾ ਜਾ ਸਕਦਾ ਹੈ ਕਿ ਅੰਸ਼ਕ ਪ੍ਰਾਪਤੀਆਂ ਇਸ ਘੋਲ ਦੇ ਅੰਦੋਲਨ ਸਦਕਾ ਹੋਈਆਂ ਨੇ। ਜਿਹੜਾ ਖੇਤੀ ਬਿੱਲ ਨੇ 3 ਕਾਨੂੰਨ, ਉਹਨਾਂ ਤੇ ਗੱਲ ਦੀ ਸਰਕਾਰ ਨਹੀਂ ਆਈ। ਪਹਿਲਾਂ ਵਾਲੇ ਪੈਂਤਰੇ ਤੇ ਖੜੀ ਹੈ। MSP ਤੇ ਕਮੇਟੀ ਬਣਾਉਣ ਵਾਸਤੇ ਬਾਰ-ਬਾਰ ਚਰਚਾ ਹੋਈ ਹੈ ਵੀ MSP ਤੇ ਕੋਈ ਕਮੇਟੀ ਬਣਾ ਲਈਏ ਸਾਂਝੀ। ਤੇ ਬਿਜਲੀ ਬਿੱਲ 2020 ਹੈ ਜਿਹੜਾ, ਉਹਦੇ 'ਚ ਸਿਰਫ ਸਰਕਾਰ ਨੇ ਇੰਨੇ ਹੀ ਕਿਹਾ ਕਿ ਉਹ ਹੋ ਗਿਆ ਦਾ ਮਤਲਬ ਕਿ ਜਿਹੜੀ ਕਿਸਾਨਾਂ ਦੀ ਸਬ ਮਿਲਦੀ ਹੈ ਉਹਦੇ 'ਚ ਸਬਸਿਡੀ, ਉਹ ਸਬਸਿਡੀ ਬਰਕਰਾਰ ਰਹੂਗੀ। ਜਦੋਂ ਕਿ ਜਿਹੜਾ ਬਿਜਲੀ ਬਿੱਲ 2020 ਹੈ ਉਹ ਬਿਜਲੀ ਪ੍ਰਬੰਧ ਨੂੰ ਨਿੱਜੀ ਹੱਥਾਂ 'ਚ ਦੇਣ ਦੀ ਪ੍ਰਪੋਜ਼ਲ ਹੈ ਇੱਕ। ਜਦੋਂ ਬਿਜਲੀ ਦਾ ਅਦਾਰਾ ਨਿੱਜੀ ਹੱਥਾਂ 'ਚ ਚਲਾ ਗਿਆ ਤਾਂ ਜਿਹੜੀਆਂ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹ ਆਟੋਮੈਟਿਕ ਹੀ ਰੱਦ ਹੋ ਜਾਂਦੀਆਂ ਨੇ। ਇਸ ਕਰਕੇ ਉਹ ਨਿੱਜੀ ਹੱਥਾਂ 'ਚ ਨਾ ਜਾਵੇ, ਉਹ ਅਦਾਰਾ ਸਰਕਾਰੀ ਰਹੇ। ਇਸ ਕਿਸਮ ਦੀ ਪ੍ਰਪੋਜ਼ਲ ਨਹੀਂ ਆਈ। ਸਿਰਫ ਇਹ ਕਿਹਾ ਗਿਆ ਵੀ ਉਹ ਤੁਹਾਡੀ ਸਬਸਿਡੀ ਹੈ ਜਿਹੜੀ ਕਿਸਾਨਾਂ ਦੀ, ਉਹ ਜਾਰੀ ਰਹੂ। ਜਿਹੜਾ ਦੂਜਾ ਪਰਾਲੀ ਵਾਲਾ ਪ੍ਰਦੂਸ਼ਣ ਵਾਲਾ ਮਸਲਾ ਵਾ, ਇਹ ਕਾਨੂੰਨ ਉਸ ਵੇਲੇ ਬਣਿਆ ਜਦੋਂ ਕਿਸਾਨ ਅੰਦੋਲਨ ਸਿਖਰ 'ਤੇ ਸੀ ਪੰਜਾਬ 'ਚ। ਯਾਨੀ ਇਹ ਕਹਿ ਦਈਏ ਵੀ ਅੰਦੋਲਨ ਭਖਿਆ ਵਾ ਸੀ, ਉਧਰ ਪਰਾਲੀ ਵਾਲਾ ਮਸਲਾ ਵਿੱਚ ਆ ਗਿਆ। ਉਦੋਂ ਇਹ ਕਾਨੂੰਨ ਦੇ ਵਿੱਚ ਜਦੋਂ ਇਹ ਗੱਲ ਬਾਹਰ ਆਈ ਕਿ ਕਿਸਾਨਾਂ ਨੂੰ ਪ੍ਰਦੂਸ਼ਣ ਦੇ ਸੰਬੰਧ 'ਚ ਜਿਹੜਾ ਬਣਿਆ ਕਾਨੂੰਨ ਹੈ 1 ਕਰੋੜ ਰੁਪਇਆ ਜੁਰਮਾਨਾ, 5 ਸਾਲ ਦੀ ਕੈਦ ਵਾਲੀ, ਜਾਨੀ ਐਂ ਲੱਗਿਆ ਵੀ ਜਿਵੇਂ ਜਾਣ ਬੁੱਝ ਕੇ ਸਰਕਾਰ ਨੇ ਮੱਥ ਕੇ ਇਹ ਪ੍ਰਪੋਜ਼ਲ ਲਿਆਂਦੀ ਹੈ, ਜਿਵੇਂ ਝੂਠੇ ਪਰਚੇ ਪਾਉਣ ਵਾਲੀ ਗੱਲ ਹੁੰਦੀ ਹੈ। ਇਹ ਉਸ ਪ੍ਰਪੋਜ਼ਲ ਨੂੰ ਇਸ ਅੰਦੋਲਨ ਦੀ ਦਾਬ ਸਦਕਾ ਵਾਪਸੀ ਲਿਆ ਸਿਰਫ ਕਿ ਉਹਨੂੰ ਕਿਸਾਨਾਂ ਵਾਸਤੇ ਇਹ ਜਿਹੜੀ ਉਹਨਾਂ ਨੇ ਰੱਖੀ ਸੀ ਵੀ 1 ਕਰੋੜ ਰੁਪਇਆ ਜੁਰਮਾਨਾ ਤੇ 5 ਸਾਲ ਦੀ ਕੈਦ ਵਾਲੀ ਗੱਲ ਕਿਸਾਨਾਂ ਵਾਸਤੇ ਕੱਢ ਲਈ ਜਾਊ। ਇਹਦੇ 'ਚ ਇੰਨੀ ਕੀ ਗੱਲ ਹੈ
ਅਸੀਂ ਕੁੱਲ ਮਿਲਾ ਕੇ ਸਾਰੀ ਗੱਲਬਾਤ ਦੇ ਵਿੱਚੋਂ ਇਹ ਛਿੱਟਾ ਕੱਢਿਆ ਕਿ ਸਰਕਾਰ ਨੇ ਅੰਦੋਲਨ ਦੀ ਦਾਬ ਮੰਨੀ ਹੈ ਤੇ ਉਹ ਕਹਿ ਰਹੀ ਹੈ ਵੀ ਜਿਹੜੇ ਕਾਨੂੰਨ ਨੇ ਤੇ MSP ਹੈ, ਇਹਦੇ ਬਾਰੇ ਤੁਸੀਂ ਵੀ ਸੋਚ ਲਓ, ਅਸੀਂ ਵੀ ਸੋਚਾਂਗੇ। ਦੁਬਾਰੇ 4 ਤਰੀਕ ਦੀ ਮੀਟਿੰਗ ਰੱਖੀ ਹੈ ਵੀ ਛੋਟੀ ਕਮੇਟੀ ਬਣਾ ਕੇ ਉਹਦੇ ਨਾਲ ਰਾਏ ਮਸ਼ਵਰਾ ਲਾ ਲਓ। ਪਰ ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਆਈ ਹੈ, ਕਿਉਂਕਿ ਤੁਸੀਂ ਵੀ ਸੁਣਦੇ ਹੋ, ਅਸੀਂ ਵੀ ਸੁਣਦੇ ਰਹੇ ਹਾਂ, ਸਰਕਾਰ ਹੁਣ ਤੱਕ ਕਦੇ ਸਾਨੂੰ ਕਿਸਾਨ ਹੀ ਨਹੀਂ ਸੀ ਮੰਨ ਰਹੀ, ਕਦੇ ਨਕਸਲਵਾੜੀਏ, ਕਦੇ ਖਾਲਿਸਤਾਨੀਏ, ਕਦੇ ਚੱਕੇ ਹੋਏ ਕਿਸੇ ਦੇ ਗੁੰਮਰਾਹ ਕੀਤੇ ਹੋਏ। ਮੋਦੀ ਸਾਹਿਬ ਦਾ ਬਿਆਨ ਹੈ 25 ਤਰੀਕ ਵਾਲੀ ਮੀਟਿੰਗ ਇੱਥੇ ਤਕਰੀਰ ਦੇ ਵਿੱਚ, ਯਾਨੀ ਕੱਲ ਖੇਤੀਬਾੜੀ ਮੰਤਰੀ ਨੇ ਇਹ ਮੰਨਿਆ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਵੀ ਤੁਸੀਂ ਬਹੁਤ ਹੀ ਪੀਸਫੁਲ ਅੰਦੋਲਨ ਚਲਾ ਰਹੇ ਹੋ ਤੇ ਗੈਰ ਪਾਰਟੀ ਅੰਦੋਲਨ ਹੈ, ਯਾਨੀ ਪੋਲੀਟੀਕਲ ਪਾਰਟੀਆਂ ਤੋਂ ਦੂਰ ਰਹਿ ਕੇ ਇਹ ਅੰਦੋਲਨ ਚਲਾ ਰਹੇ ਹੋ। ਇਹਦੀ ਵਾਰ-ਵਾਰ ਪ੍ਰਸ਼ੰਸਾ ਕੀਤੀ ਹੈ। ਇਹਦਾ ਅਰਥ ਇਹ ਬਣਦਾ ਹੈ ਵੀ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਤੁਹਾਨੂੰ ਭੜਕਾਉਣ ਦੀ, ਪਰ ਗੱਲ ਨਹੀਂ ਬਣੀ। ਤੇ ਅਸੀਂ ਐ ਸਮਝਦੇ ਹਾਂ ਵੀ ਕਿਸਾਨ ਅੰਦੋਲਨ ਦੀ ਇਹ ਇੱਕ ਪ੍ਰਾਪਤੀ ਹੈ ਵੀ ਐਡਾ ਹੀ ਵੱਡੀ ਇਕੱਠ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਜ਼ਾਬਤੇ 'ਚ ਰੱਖਣਾ ਤੇ ਪੀਸਫੁਲ ਰੱਖਣਾ, ਇਹਦੀ ਦਾਬ ਬਣੀ ਹੋਈ ਹੈ ਸਰਕਾਰ ਤੇ। ਇਹ ਦਾਬ ਨੂੰ ਹੋਰ ਵਧਾਉਣ ਦੀ ਲੋੜ ਹੈ, ਉਹਦੀ ਖਾਤਰ ਹੋਰ ਐਕਸ਼ਨ ਕਰਨ ਦੀ ਲੋੜ ਹੈ। ਤੇ ਇਹ ਜਿਹਨੇ ਇਹਦੇ ਨਾਲ ਸਰਕਾਰ ਤੇ ਦਾਬ ਪਾ ਕੇ ਇਹ 3 ਕਾਨੂੰਨਾਂ ਨੂੰ ਰੱਦ ਕਰਾਏ ਬਗੈਰ ਇਹ ਅੰਦੋਲਨ ਸਮਾਪਤ ਹੋਣ ਦੀ ਕੋਈ ਵੀ ਗੁੰਜਾਇਸ਼ ਬਾਕੀ ਨਹੀਂ ਹੈ। ਬਾਕੀ ਸਰਬਣ ਜੀ। ਹਾਂਜੀ, ਜਿਹੜਾ ਸਰਕਾਰ ਨੇ ਨਵੇਂ ਸਿਰੇ ਤੋਂ ਗੱਲਬਾਤ ਦੀ ਇੱਕ ਪ੍ਰਕਿਰਿਆ ਚਲਾਈ ਆ, ਉਹਦੇ 'ਚ ਮੀਟਿੰਗ ਦੇ ਅੰਦਰ ਭਾਵੇਂ ਜ਼ਬਾਨੀ ਕਲਾਮੀ ਸਹੀ ਕੁਝ ਗੱਲਾਂ 'ਤੇ ਸਹਿਮਤੀ ਦਿੱਤੀ ਆ। ਇਹ ਲੜੇ ਜਾ ਰਹੇ ਅੰਦੋਲਨ ਦੀ ਦਬਾਅ ਵਾ, ਉਹਦੇ 'ਚ ਕੁਝ ਮੰਨਣਾ ਪਿਆ ਵਾ। ਬਾਕੀ ਜਿਹੜੀ ਗੱਲ ਜਿਹਦੇ ਦੁਆਲੇ ਮੇਨ ਅੰਦੋਲਨ ਚੱਲਿਆ, ਚਾਹੇ ਉਹ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਲੈ ਕੇ ਆਉਣਾ ਹੋਵੇ ਜਾਂ ਖੇਤੀ ਦੇ 3 ਕਾਨੂੰਨ ਹੋਣ, ਮੈਨੂੰ ਲੱਗਦਾ ਜਿੱਥੋਂ ਗੱਲ ਟੁੱਟੀ ਸੀ ਉੱਥੇ ਹੀ ਹਜੇ ਵੀ ਖੜੀ ਆ। ਸੋ ਇਸ ਕਰਕੇ ਉਹਦੀ ਅਗਲੀ ਮੀਟਿੰਗ ਦਾ ਠੋਸ ਏਜੰਡਾ ਸਰਕਾਰ ਭੇਜਦੀ ਆ ਜਾਂ ਉਹਨੂੰ ਖੁੱਲ੍ਹੇ ਰੂਪ ਵਿੱਚ ਹੀ ਗੱਲ ਕਰਦੀ ਆ, ਜਾਂ ਸਰਕਾਰ ਦੇ ਪ੍ਰਵਕਤਾ ਵੱਲੋਂ ਇਹ ਵੀ ਬਿਆਨ ਆਇਆ ਵੀ ਜਿਹੜੀ ਕੋਈ ਪ੍ਰਕਿਰਿਆ ਅਪਣਾਉਣ ਦੀ ਲੋੜ ਆ ਪ੍ਰਦੂਸ਼ਣ ਵਾਲੇ ਐਕਟ 'ਤੇ, ਅਸੀਂ ਉਹਦੇ 'ਤੇ ਵੀ ਗੱਲ ਕਰਾਂਗੇ ਕਿ ਅਗਲੀ ਮੀਟਿੰਗ 'ਚ ਉਹਦੇ 'ਚ ਗੱਲ ਹੋਣੀ ਆ। ਚਲੋ ਇਹ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕੂਗਾ। ਦੂਜਾ, ਜਿਵੇਂ ਇਹ ਤੋਂ ਬਾਅਦ ਕੇਂਦਰੀ ਮੰਤਰੀਆਂ ਦੇ ਸੁਰ ਜਿਹੜੇ ਨੇ ਉਹ ਢਿੱਲੇ ਨਜ਼ਰ ਆਏ ਨੇ, ਸੁਰ ਡਾਊਨ ਲੱਗੇ ਨੇ, ਤੇ ਕਿਸੇ ਗੱਲਬਾਤ ਦੇ ਵਿੱਚ ਮੰਤਰੀਆਂ ਦਾ ਜਿਹੜਾ ਰਵੱਈਆ ਹੁੰਦਾ ਵਾ ਉਹ ਸਹੀ ਗੱਲਬਾਤ ਮੀਟਿੰਗ ਲਈ ਯੋਗ ਹੁੰਦਾ ਵਾ ਵੀ ਤੁਸੀਂ ਉਸ ਤੋਂ ਪਹਿਲਾਂ ਇਸ ਕਿਸਮ ਦੀ ਬਿਆਨਬਾਜ਼ੀ ਨਾ ਕਰੋ ਵੀ ਜਿਹੜੀ ਗੱਲਬਾਤ ਲਈ ਸਮੱਸਿਆ ਖੜੀ ਕਰੇ। ਹੁਣ ਸਰਕਾਰ ਉਹਦੇ 'ਤੇ ਕਿੰਨਾ ਕੁ ਚਿਰ ਰਹਿੰਦੀ ਆ, ਇਹ ਵੇਖਣ ਵਾਲੀ ਗੱਲ ਆ। ਉਵੇਂ ਠੀਕ ਆ ਵੀ ਹਜ਼ਾਰਾਂ ਹਰਬੇ ਵਰਤ ਕੇ ਵੀ ਇਸ ਅੰਦੋਲਨ ਨੂੰ ਮੋਦੀ ਸਰਕਾਰ ਅਜੇ ਤੱਕ ਬਦਨਾਮ ਕਰਨ ਦੇ ਵਿੱਚ ਅਸਫਲ ਰਹੀ ਆ, ਉਹਨੂੰ ਸਫਲਤਾ ਨਹੀਂ ਮਿਲੀ ਤੇ ਉਹ ਹਾਲ ਦੀ ਘੜੀ ਵਿੱਚ ਪਛਾਣ ਨੂੰ ਮੁੜਦੀ, ਪ੍ਰਚਾਰ ਵਾਲੇ ਪੱਖ ਤੋਂ ਪਛਾਣ ਜੇ ਹਟਦੀ ਨਜ਼ਰ ਆ ਰਹੀ ਆ। ਇਹ ਸਹੀ ਗੱਲ ਆ ਵੀ ਇਹ ਦੁਨੀਆ ਦੇ ਸਭ ਤੋਂ ਵੱਡੇ ਅੰਦੋਲਨਾਂ ਵਿੱਚੋਂ ਇੱਕ ਅੰਦੋਲਨ ਆ ਜਿਹਦੀ ਗੂੰਜ ਅੰਤਰਰਾਸ਼ਟਰੀ ਪੱਧਰ 'ਤੇ ਪੈ ਰਹੀ ਆ। ਅੰਤਰਰਾਸ਼ਟਰੀ ਦਬਾਅ ਬਹੁਤ ਵੱਡੇ ਪੱਧਰ 'ਤੇ ਪੈ ਰਿਹਾ। ਸਰਕਾਰ ਗੱਲਬਾਤ ਚਲਾ ਕੇ ਇਹ ਵੀ ਚਚਾਉਣਾ ਚਾਹੁੰਦੀ ਆ ਪੂਰੀ ਦੁਨੀਆ ਨੂੰ, ਜਾਂ ਉਹਦੇ ਸਾਹਮਣੇ ਅਗਲੇ ਬੰਨੇ ਸੈਸ਼ਨ ਵੀ ਹੈਗੇ ਆ, ਉਹਨੂੰ ਘੱਟੋ ਘੱਟ
ਬਜਟ ਸੈਸ਼ਨ ਤਾਂ ਕਰਨਾ ਪੈਣਾ ਵਾ। ਉਹਦੇ ਵਿੱਚੋਂ ਉਹ ਜਚਾਉਣਾ ਚਾਹੁੰਦੀ ਆ ਵੀ ਸਾਡੀ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਆ, ਤੇ ਬਾਹਰ ਮੁਖੀ ਹਾਲਤਾਂ 'ਚੋਂ ਇਹ ਦਿਖਾ ਕੇ ਵੀ ਅਸੀਂ ਕਿਸਾਨਾਂ ਨਾਲ ਬਹਿ ਕੇ ਨਿਬੜ ਜਾਵਾਂਗੇ। ਭਾਵੇਂ ਹਾਲ ਤੱਕ ਦੀਆਂ ਕੋਸ਼ਿਸ਼ਾਂ ਵਿੱਚੋਂ ਸਾਫ਼ ਰੂਪ ਵਿੱਚ ਭਾਵੇਂ ਨਹੀਂ ਝਲਕਦਾ ਹੋਵੇ, ਪਰ ਉਹਦੀ ਮਨਸ਼ਾ ਜ਼ਰੂਰ ਇਹਦੇ ਪਿੱਛੇ ਇਹ ਹੈਗੀ ਆ। ਤੇ ਫਿਰ ਵੀ ਚਲੋ ਮੀਟਿੰਗਾਂ ਦਾ ਪ੍ਰੋਸੈਸ ਚੱਲ ਰਿਹਾ ਵਾ, ਇਹ ਹੁਣ 4 ਵਾਲੀ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੂਗਾ। ਅੰਦੋਲਨ ਕੱਲ੍ਹ ਵੀ ਚੱਲ ਰਿਹਾ ਸੀਗਾ ਤੇ ਅੰਦੋਲਨ ਕੱਲ੍ਹ ਨਵੇਂ ਸਾਲ ਦੇ ਵਿੱਚ ਵੀ ਜਾਰੀ ਰਹੂਗਾ। ਅੰਦੋਲਨ ਕਿਸੇ ਕੀਮਤ ਤੇ ਵੀ ਠੰਡਾ ਨਹੀਂ ਪੈਣ ਦਿੰਦੇ, ਹੋਰ ਤੇਜ਼ ਹੋਊਗਾ। ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅੰਦੋਲਨ ਹੋਰ ਤੇਜ਼ ਕਰਾਂਗੇ। ਮੇਨ ਸੱਟ ਤਾਂ ਕਾਰਪੋਰੇਟ ਘਰਾਣੇ, ਖਾਸ ਕਰਕੇ ਅੰਡਾਨੀ ਬਾਨੀ ਪਰਿਵਾਰ ਦੇ, ਉਹਨਾਂ ਦੇ ਜਿਹੜੇ ਵਸਤੂਆਂ ਨੇ ਉਹਨਾਂ ਦੇ ਬਾਈਕਾਟ ਵਾਲੇ ਮਸਲੇ ਤੇ ਜਾਂ ਉਹਨਾਂ ਦਾ ਵਿਰੋਧ ਵਾਲੇ ਮਸਲੇ ਤੇ ਹੋਰ ਤੇਜ਼ ਹੋਊਗਾ, ਜਿਹੜੇ ਦੁਨੀਆ ਤੇ ਭਾਰਤ ਦੀਆਂ ਸਰਕਾਰਾਂ ਨੂੰ ਪ੍ਰਭਾਵਿਤ ਕਰਦੇ ਨੇ। ਉਹਨਾਂ ਦੇ ਦਬਾਅ ਹੇਠ ਹੀ ਭਾਰਤ ਦੀ ਸਰਕਾਰ ਖੇਤੀ ਸੈਕਟਰ ਦੇ ਜਿਹੜਾ ਵਾ ਸੋਮੇ ਕਾਰਪੋਰੇਟ ਘਰਾਣੇ ਦੇ ਹਵਾਲੇ ਕਰਨ ਜਾ ਰਹੀ ਆ। ਇਹੀ ਆ ਸਾਡੀ ਗੱਲ। ਕਰ ਲਓ ਪਰਮਜੀਤ ਸੋ, ਤੁਸੀਂ ਸ਼ੁਰੂ ਕਰ ਲਓ। इस वर्ष का लास्ट डे आज है, जो आप लोग से मुक्तावी हो रहे हैं, मतलब मिल रहे हैं। थोड़ा ऊँची अब कल से नए साल में प्रवेश करेंगे, थोड़ा लाउड कर दीजिए। तो कल से नए वर्ष में प्रवेश करेंगे और नए जोश के साथ रहेंगे। कुछ मुख्य बिंदु जो सर ने बता दिए, लेकिन कुछ ही है पॉइंट जो इस पर बोलने की ज़रूरत पड़ा है कि कल सरकार का जो बॉडी लैंग्वेज था ना, वो लग रहा था कि सरकार किसानों के अनुरूप आए है। अभी तो को किसानों को अपने अनुरूप लाने की कोशिश कर रही थी। कल लग रहा था कि हाँ, अब पहली बार पेशकश हुआ था कि आप सरकारी भोजन कर लीजिए। कल पहली बार हुआ कृषि मंत्री की आए कि नहीं, हम किसान का भोजन करेंगे। तो पहली बार लगा किसान के रास्ते पे आए। एक बात ध्यान देने की बात है, तो सरकार इस बात को पहले भी बोल रही थी कि कमेटी बना देंगे। कल भी शायद इसी तरह का एक न्यूज़ है कि कमेटी बनाएंगे, और उसमें ये वाली लाइन नहीं जोड़ रहे हैं कि तत्काल कानून को रद्द कर रहे हैं या नहीं। जो किसानों की मुख्य मांग है कि जो लागू हो चुका है उसको तत्काल अभी रोक रहे हैं कि नहीं, इस पर सरकार की तरफ से कोई बात नहीं है। कमेटी की बात तो तब होती ना कि जब संशोधन की हम मांग करते, नहीं हमारा ये पॉइंट है, आपका वो पॉइंट है। हम तो उस तरह का कोई मांग ही नहीं कर रहे, हमारी मांग सीधा है कि रद्द करें। कमेटी उसके बाद की बात होती तो एक माना जा सकता था कि एमएसपी गारंटी देने की बात होती, लेकिन यहाँ पर तो कह रहे हैं कि नहीं, ये 3 कानून पे कमेटी बनाने की बात कर रही है। तो कुल मिला के ये है कि हर बैठक का एक फाइनल रिजल्ट ये निकलता है, हर बैठक का एक फाइनल रिजल्ट ये निकलता है कि अगली बैठक कब होगा। तो 30 तारीख के बैठक का फाइनल रिजल्ट निकला कि 4 तारीख को अगली बैठक होगा, और हो सकता है कि 4 तारीख को अगली बैठक का रिजल्ट ये निकले कि अगला बैठक कब होगा। तो सरकार को लंबा खींचने का जो आदत है वो अभी भी दिख रहा है। अभी भी वो ये नहीं सोच रहे कि हम उस पॉइंट पे आएँ। तो हो सकता है कि अंबानी और अडानी की तरफ से काफ़ी प्रेशर होगा, चुनाव खर्चे को देखते हुए, ऑफिस बनाने को देखते हुए। वो मैनेज करना चाह रहे हैं कि हम उद्योगपति की तरफ से भी मिल के रह जाए, किसान की तरफ से भी मिल के रह जाए। तो कुल मिला के अभी भी हम लोग उसी स्थिति में हैं कि आंदोलन को लंबा ले जाना पड़ेगा तो ले चलेंगे। सही है रजिंदर, नेड़े कर लो। मैं राजेंद्र आर्य दादूपुर करनाल से, हरियाणा से, राष्ट्रीय अध्यक्ष भारतीय किसान मजदूर नौजवान यूनियन। सबसे पहले तो आप मीडिया के साथियों को नव वर्ष की हार्दिक शुभकामनाएं। आप हमारे से भी ज़्यादा जो मेहनत कर रहे हो उसके लिए आपको साधुवाद। और इस नव वर्ष के उपलक्ष्य पे मैं परमपिता परमात्मा से, वाहिगुरु जी से ये अरदास करता हूँ, सरकार को सद्बुद्धि आए और सुचेता आए। जो इतने लोग शहीद हो चुके हैं, 101 से ज़्यादा दिन हो चुके हैं जब से पंजाब में चला था, और तकरीबन 40 दिन के करीब दिल्ली में हो चुके हैं। कोई ऐसा दिन नहीं जब किसान शहीद नहीं हुए। और जो सरकार ने जो एक कमेटी की बात करी है, सरकार ने जो कमेटी की बात करी है और ये कहा है, ये कमेटी एमएसपी को इस तरीके से सुनिश्चित करेगी जिस तरीके से कानून सुनिश्चित करेगा। अब भी सरकार कानून बनाने से भाग रही है, उसके सिमिलर एक दूसरी बात कर रही है जिसका हमारी बात से कोई सरोकार नहीं है। और अभी जो हमें समझ में आई है, सिर्फ पूंछ निकली है, हाथी अभी बाकी है।
जो हमारी पहली 2 प्रमुख मांगे हैं, वो बड़ी मांगे हैं, वो बाकी है, सिर्फ पूंछ निकली है। और सरकार की जो हमें बदनाम करने की, फूट डालने की, डिवाइड एंड रूल की कोशिश हुई है, क्योंकि सरकार एक रेगुलर प्रैक्टिस में है। विधायकों और सांसदों को खरीद कर सरकार बनाने का जिस तरीके का एक पुराना ट्रेंड है, सरकार हमारे आंदोलन को टस से मस नहीं कर पाई है। आंदोलन दिन दुगनी रात चौगनी गति से आंदोलन बढ़ रहा है, लोगों में उत्साह है। और जिस तरीके से बाबा राम सिंह जी मेरे गांव के पास से हैं करनाल में, जो नानकसर गुरुद्वारा सिंगड़ा के मुख्य ग्रंथी थे, उनकी शहादत को हम कंपेयर करते हैं जिस तरीके से आज़ादी के महा आंदोलन में शहीद चंद्रशेखर आज़ाद जी ने स्वयं को गोली मारी थी। और एक उनकी सोच थी भाई अंग्रेज तो क्या मुझे छू पाएंगे, उनकी गोली भी मुझे नहीं छू पाएगी। और आज़ादी इस किसान महा आंदोलन में उन्होंने लोगों को इस तरीके से प्रेरित करने का काम किया है जिस तरीके से शहीद भगत सिंह जी ने असेंबली में बम फोड़कर आज़ादी के महा आंदोलन में लोगों को जोड़ा था। और अगर आगे की अगर अब भी 4 तारीख को अगर बात नहीं बनती तो इस यहाँ से जो ऐसा कमेटी आदेश करेगी, हम हरियाणा की तरफ से आगे यहाँ और भी किसान संगठन अगली मीटिंगों में शामिल रहेंगे, हरियाणा के प्रमुख तौर पे किसान संगठन। और अगर हमें वेस्टर्न पेरिफेरल एक्सप्रेस हाईवे जो कुंडली मानेसर पलवल है, जब हम राई से पलवल की तरफ जाते हैं, उसको रोकना पड़ा, या ईस्टर्न पेरिफेरल एक्सप्रेसवे जो गाजियाबाद की तरफ जाता है उसको रोकना पड़ा, तो उसको भी सर्वसहमति से यहाँ जो फैसला होगा रोका जाएगा। और जिस तरीके से हरियाणा और पंजाब में अनिश्चितकालीन के लिए टोल फ्री हैं, अगर पूरे देश के टोल अनिश्चित काल के लिए फ्री करने पड़े तो उसमें भी सर्वसम्मति से फैसला लिया जाएगा, अगर करने पड़े तो करेंगे। और जिस तरीके से कई जगह टावरों को टेलीकॉम कंपनियों के नुकसान पहुंचाया गया है, उससे बढ़िया हमारे पास एक रणनीति आई है। क्यों ना हम अंबानी के, अडानी के और रामदेव जी के जो शेयर हैं, उस शेयर का हम बायकाट करें, बहिष्कार करें, क्योंकि जो इन्वेस्टर हैं वो भी हमारे भाई हैं। और अंबानी अडानी इस बात में शर्म महसूस नहीं कर रहे कि वो किसान के साथ धक्का जोर ज़बरदस्ती मोदी की शय पे कर रहे हैं। तो रिलायंस के जो 7 शेयर हैं उनमें से 5 तो रिलायंस का नाम लिखा हुआ है, एक रियल कोड के नाम से है, एक नेटवर्क 18 के नाम से है जो एक न्यूज़ कंपनी है रिलायंस की। और अडानी रिलायंस के 7 कंपनियों के शेयर हैं, अडानी के 6 कंपनियों के शेयर हैं, बाबा रामदेव की एक कंपनी रुचि सोया के नाम से शेयर है, पतंजलि के नाम से कोई शेयर नहीं है। अगर ये करना पड़ा हमें तो हम सहमति करेंगे, यहाँ ये भी करेंगे, क्योंकि हम निवेशकों को ये जरूर सूचित करना चाहते हैं, निवेशक हमारे भाई हैं, वो रिलायंस के शेयरों का बायकाट करके अडानी के और रामदेव के रुचि सोया कंपनी का बायकाट करके इस किसान महा आंदोलन में शामिल हो सकते हैं। और उनको ये भी हमारा एहतियात के तौर पर बताना, क्योंकि ये कंपनियां डूबने वाली हैं, ये बर्बाद होने वाली हैं, और उनका हमारे भाइयों का, निवेशकों का वित्तीय नुकसान ना हो, इसके लिए हम उनको पहले सूचना भी देना चाहते हैं। बहुत बहुत धन्यवाद। वर्मा जी शॉर्ट रखें। राम सुरेश वर्मा, राष्ट्रीय अध्यक्ष, राष्ट्रीय किसान मोर्चा, नई दिल्ली। ये जो दिशा युक्त आंदोलन चल रहा है, ये दुनिया का ऐतिहासिक आंदोलन चल रहा है, ये जन आंदोलन में तब्दील हो गया है। जितने भी लॉकडाउन महामारी के दौरान कानून पास हुए हैं, 4 कानून, ये चारों कानून को इन्हें वापस लेना चाहिए और लेना ही होगा। नहीं लेते हैं तो पूरी देशव्यापी ताकत लगा करके ये हर हाल में वापस, अभी तो जो संकेत आ रहे हैं, ये हमेशा षड्यंत्रकारी सरकारें धोखा देती रही है, आश्वासन पर आश्वासन देती रही है, आश्वासन पा करके हमारे लोग घर वापस चले जाते हैं। राष्ट्रीय किसान मोर्चा ये जो हमारी संयुक्त है, किसान मजदूर यहाँ एकता बना है, ये कायम रहे और हम लोग वापसी तक, जब तक ये किसान के खिलाफ, मजदूर के खिलाफ शिक्षा की नीति या प्राइवेटाइजेशन जितने कानून बने हैं सरकार वापस नहीं लेती है, तब तक हम लोग पैर जमाए रहेंगे। जितनी भी ताकत इन लोगों को ज़रूरत पड़ेगी, देशव्यापी संगठन हम इन्हें देंगे। और ये हमारा कोऑर्डिनेशन, कोऑपरेशन के साथ ये बहुत बड़ा हम लोग शक्ति एकत्रित कर रहे हैं, तो हम लोग इस जंग को जीतेंगे और 74 साल के गुलाम भारत में किसानों मजदूरों का परचम लहराएंगे। आगे आने वाली जनवरी हमारे किसानों मजदूरों के लिए मुबारक होगा।
और जितने भी ये हमारी चौथा स्तंभ है, चौथी आंखें हैं, जो सच्ची खबरें दिखा रहे हैं, हम उनका लास्ट के ईयर्स में आभार, कल आने वाले 9 वर्ष का आभार व्यक्त करते हैं। धन्यवाद। EVM भी हटाएंगे। मंजे सिंह बिहार लागे कर ला कुर्सी कुर्सी थोड़ा आप आगे हाँ लागे ले 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 आवाज भी आए आपकी। हाँ अरे सरकार हमने आपसे कुछ कहा? ने जो अभी तक इतने दिनों का आंदोलन का उपरांत जो पराली वाले मुद्दे और दो संशोधन मुद्दे को उन्होंने जो हटाया है वो कोई बड़ी उपलब्धि नहीं है, लेकिन फिर भी कहा जाए हम लोग जिस 3 मुद्दे को वापस करवाने के लिए आए हैं उस पर खास उद्देश्य है कि जब तक वापस नहीं करता है तब तक हम लोग को नियंत्रण इसी तरह का संघर्षरत ये आंदोलन चलते रहेगा। हम लोग को जब तक ये 3 मुद्दे को रद्द नहीं करता है, और वो 2 मुद्दे तो हम लोग को बैक साइड से था ही, उसे भी समाप्त कराना है। खैर उसे सरकार पहले कर दी है, तो उसके लिए भी सरकार को कुछ न कुछ कहा जाए कि किसानों के प्रति आभार है। और ये 3 मुद्दे को पहले हम लोग को रद्द करवाना था, एक कर देती है, तभी हम लोग आगे की रणनीति के बारे में सोच सकते हैं कि आगे क्या करेंगे, लेकिन फिलहाल हम लोग को संघर्ष जारी रहेगा। ठीक है जी। ਰਾਣਾ ਸਾਹਿਬ ਤੁਹਾਡੇ ਕੋਲੇ ਕਿਉਂਕਿ ਟਿਕਰੀ ਮੋਰਚਾ ਤੁਸੀਂ ਸਾਂਭਿਆ ਹੋਇਆ ਹੈ, ਅਗਲੇਰੇ ਕੋਈ ਐਕਸ਼ਨ ਪ੍ਰੋਗਰਾਮ ਹੈਗੇ ਆ ਤਾਂ ਕਿ ਸੰਘਰਸ਼ ਤਿੱਖਾ ਹੋਵੇ, ਜਾਂ ਜਿਹੜੇ ਦੂਜੇ ਬਾਰਡਰ ਨੇ, ਚਾਹੇ ਉਹ ਗਾਜੀਪੁਰ ਵਾਲਾ ਬਾਰਡਰ ਹੈ ਚਾਹੇ ਸ਼ਾਹਜਹਾਂਪੁਰ ਵਾਲਾ ਬਾਰਡਰ ਹੈ, ਉੱਥੇ ਥੋੜੀ ਜਿਹੀ ਇੱਕ ਤਾਂ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਕਿਉਂਕਿ ਰੋਕੇ ਬਹੁਤ ਪਿੱਛੇ ਹੋਏ ਆ, ਸ਼ਾਹਜਹਾਂਪੁਰ ਆਪਾਂ ਖਾਸ ਤੌਰ ਤੇ ਗੱਲ ਕਰੀਏ। ਦੂਜੀ ਗੱਲ ਉੱਥੇ ਪੁਲਿਸ ਬਹੁਤ ਧੱਕਾ ਕਰ ਰਹੀ ਹੈ, ਆਉਣ ਨਹੀਂ ਦੇ ਰਹੀ, ਅੱਗੇ ਵਧਣ ਨਹੀਂ ਦੇ ਰਹੀ, ਜਿਹੜੀਆਂ ਸੁਵਿਧਾਵਾਂ ਨੇ ਉਹਨਾਂ ਤੋਂ ਵਾਂਝੇ ਕੀਤਾ ਜਾ ਰਿਹਾ। ਜਿਹੜੇ ਉੱਥੇ ਬੈਠ ਕੇ ਆ ਕੇ ਕਿਸਾਨ ਰਾਜਸਥਾਨ ਤੋਂ ਆਏ ਆ, ਜਿਹੜੇ ਹਰਿਆਣੇ ਤੋਂ ਆਏ ਆ, ਐਕਸ਼ਨ ਦੇ ਰਹੇ ਹੋ ਕੋਈ ਉਧਰਲੇ ਬਾਰਡਰਾਂ ਦੇ ਲਈ? ਹਾਂ, ਇੱਕ ਸਾਡੀ ਜਥੇਬੰਦੀ ਵੱਲੋਂ ਲਿਖਿਆ ਹੋਇਆ ਪ੍ਰੋਗਰਾਮ ਹੈ ਵੀ 2 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਹੈ ਜਿਹੜਾ ਟਿਕਰੀ ਬਾਰਡਰ ਤੋਂ ਤੋਰ ਕੇ ਜੀ ਸ਼ਾਹਜਹਾਂਪੁਰ ਜਾ ਰਹੇ ਹਾਂ। ਪਿੰਡਾਂ ਵਿੱਚੋਂ ਦੀ ਹੁੰਦਾ, ਹਰਿਆਣੇ ਦੇ ਪਿੰਡਾਂ ਵਿੱਚੋਂ ਦੀ ਮਾਰਚ ਕਰਕੇ ਜਾਊਗਾ, ਲੇਕਿਨ ਲਗਭਗ 1000 ਟਰੈਕਟਰ, ਕੱਲਾ ਟਰੈਕਟਰ ਜਾਊਗਾ? 1000 ਟਰੈਕਟਰ, ਕੱਲਾ ਟਰੈਕਟਰ, ਉਹਦੇ ਨਾਲ ਲਗਭਗ 20-25 ਗੱਡੀਆਂ ਸਪੀਕਰ ਵਾਲੀਆਂ, ਸਕੂਟੀਆਂ, 10-20 ਮੋਟਰਸਾਈਕਲ। ਉਹਦੇ 'ਚ ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਦੀ, ਹਰਿਆਣੇ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਸ਼ਾਮਲ ਹੋਣਗੇ ਉਹਨਾਂ ਨੂੰ ਵੀ ਲਵਾਂਗੇ ਅਸੀਂ ਨਾਲ। ਰੂਟ ਅੱਜ ਬਣਾਉਣ ਗਏ ਨੇ, ਦੇਖਣ ਗਏ ਨੇ, ਬੰਦੀ ਗੱਡੀ ਲੈ ਕੇ ਗਏ ਨੇ। ਪਰਸੋਂ ਨੂੰ ਉਹ ਕਾਫਲਾ 12 ਵਜੇ ਟਿਕਰੀ ਤੋਂ ਸ਼ੁਰੂ ਹੋਊਗਾ, ਉਹ ਪਿੰਡਾਂ ਵਿੱਚ ਦੀ ਮਾਰਚ ਕਰਕੇ ਸ਼ਾਹਜਹਾਂ 4 ਤਰੀਕ ਨੂੰ ਸ਼ਾਹਜਹਾਂ ਪਹੁੰਚ। ਅਗਰਾਹਾਂ ਸਾਹਿਬ, ਜਿਹੜੇ ਜੀਓ ਦੇ ਟਾਵਰ ਕੱਟੇ ਜਾ ਰਹੇ ਨੇ, ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਪੰਜਾਬ ਦੇ ਵਿੱਚ, ਉਹ ਇੱਕ ਹਿੰਸਕ ਮਤਲਬ ਕਹਿ ਰਹੇ ਨੇ ਵੀ ਰੂਪ ਬਣ ਰਿਹਾ ਹੈਗਾ, ਉਸ ਵੀ ਸਰਕਾਰ ਵੱਲੋਂ ਵੀ ਕਾਫੀ ਐਕਸ਼ਨ ਲਏ ਜਾ ਰਹੇ ਨੇ, ਉਸ ਨੂੰ ਕੀ ਅਪੀਲ ਕਰੋਗੇ? ਦੇਖੋ, ਸ਼ੁਰੂ 'ਚ ਹੋਏ ਨੇ ਇਹ ਸਰਕਾਰ ਨੂੰ ਵੈਸੇ ਹੀ ਕੰਧ 'ਤੇ ਲਿਖਿਆ ਪੜ੍ਹਨਾ ਚਾਹੀਦਾ ਜੀ ਕਿ ਜਿਹੜੇ ਨੌਜਵਾਨ ਉਹਨਾਂ ਨੇ ਲੋਹੇ ਦੀਆਂ ਪਾਈਪਾਂ ਤੋਂ ਲੈਣਾ ਕੀ ਹੈ, ਉਹਨਾਂ ਨੂੰ ਚੜ੍ਹ ਕੇ ਜਿਹੜੇ ਕਨੈਕਸ਼ਨ ਕੱਟੇ ਨੇ ਇਹਦੇ ਪਿਛਲੇ ਪਾਸੇ ਕਿਉਂ ਹੈ। ਇਹਨੂੰ ਐਂ ਨਾ ਮੰਨੋ ਵੀ ਇਹ ਸ਼ਰਾਰਤੀ ਲੋਕ ਨੇ। ਅਸਲ 'ਚ ਜੀਓ ਦੇ ਕਾਰਪੋਰੇਟ ਘਰਾਣਿਆਂ ਦੇ ਪ੍ਰਤੀ ਨਫ਼ਰਤ ਲੋਕਾਂ 'ਚ ਇੰਨੀ ਫੈਲ ਗਈ ਵੀ ਉਹ ਆਪ ਮਹਾਰੇ ਫੈਸਲੇ ਕਰਕੇ ਟਾਵਰ ਕੱਟਣ ਦੇ ਫੈਸਲੇ ਕਰੀ ਜਾਂਦੇ ਨੇ। ਕੋਈ ਟਾਵਰ ਕੱਟੇ ਜਾਂਦਾ, ਕੋਈ ਕਨੈਕਸ਼ਨ ਕੱਟੇ ਜਾਂਦਾ, ਕੋਈ ਕੁਛ ਕਰੀ ਜਾਂਦਾ। ਜਥੇਬੰਦੀਆਂ ਦਾ ਵੈਸੇ ਚਾਹੇ ਫੈਸਲਾ ਨਹੀਂ ਹੈ ਇਹ, ਪਰ ਗੁੱਸਾ ਹੀ ਉਹਨਾਂ ਦਾ ਇੰਨਾ ਹੈ ਵੀ ਉਹਨਾਂ ਨੂੰ ਇਹ ਕਾਰਪੋਰੇਟ ਘਰਾਣੇ ਤੋਂ ਘਿਰਨਾ ਹੋ ਗਈ, ਨਫ਼ਰਤ ਹੋ ਗਈ। ਜੇ ਸਰਕਾਰ ਉਹਨਾਂ ਦੇ ਉੱਤੇ ਪਰਚੇ ਕਰਨ ਤੇ ਉਤਰੀ ਹੈ, ਬਜਾਏ ਪਰਚੇ ਕਰਨ ਦੇ ਉਹਨਾਂ ਨੂੰ ਸਮਝਾਉਣਾ ਬੁਝਾਉਣਾ ਚਾਹੀਦਾ। ਪਰਚੇ ਕਰਨਾ ਜਿਹੜਾ ਪੰਜਾਬ ਸਰਕਾਰ ਦਾ ਵਤੀਰਾ, ਇਹ ਗਲਤ ਹੈ, ਇਹ ਨਿੰਦਣਯੋਗ ਹੈ। ਜੇ ਪਰਚਿਆਂ ਤੇ ਉਹਨਾਂ ਪਰਚਿਆਂ ਦੀ, ਕਿਉਂਕਿ ਨੌਜਵਾਨ ਨੇ ਬਹੁਤੇ ਜਿਹੜੇ ਇਹ ਐਕਸ਼ਨ ਕਰ ਰਹੇ ਆ, ਇਹ ਨਹੀਂ ਠੀਕ। ਪਰਚਿਆਂ ਤੇ ਜਥੇਬੰਦੀਆਂ ਉਹਨਾਂ ਦੇ ਪਿੰਡ ਤੇ ਖੜਨਗੀਆਂ ਜਿਨ੍ਹਾਂ ਦੇ ਪਰਚੇ ਹੋ ਰਹੇ ਆ ਜੀ। ਬਿਲਕੁਲ, ਅਸੀਂ ਕਹਾਂਗੇ ਵੀ ਇਹ ਇਹਨਾਂ ਦਾ ਜਿਹੜਾ ਇਜ਼ਹਾਰ ਹੈ, ਇਹ ਗੁੱਸੇ ਦਾ ਇਜ਼ਹਾਰ ਤੁਸੀਂ ਬੁੱਝੋ ਵੀ ਕਿਉਂ ਹੈ। ਕਾਰਪੋਰੇਟ ਸੈਕਟਰ ਦੀਆਂ ਅਦਾਰਿਆਂ ਦੇ ਉੱਤੇ ਜੇ ਇੰਨਾ ਗੁੱਸਾ ਲੋਕਾਂ 'ਚ ਪਿਆ ਤਾਂ ਇਹਨੂੰ ਬੁੱਝਣ ਦੀ ਲੋੜ ਹੈ ਸਰਕਾਰ ਦੀ ਵੀ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ, ਵਿੱਚ ਕਾਂਗਰਸ ਹੈ, ਵਿੱਚ BJP ਹੈ, ਕਾਰਪੋਰੇਟ ਸੈਕਟਰ ਦੇ ਪੱਖ ਪੂਰਦੇ ਰਹੇ ਹੋ ਤੁਸੀਂ ਹੁਣ ਤੱਕ। ਉਹਦੇ ਗੁੱਸੇ 'ਚੋਂ ਇਹ ਉੱਠੀ ਹੋਈ ਹੈ, ਉਹ ਕੋਈ ਸ਼ਰਾਰਤੀ ਨਹੀਂ। ਪਨੇਰ ਸਾਹਿਬ ਦਾ ਇਸੇ ਗੱਲ ਨੂੰ ਆਪਾਂ ਪਬਲਿਕ ਸੈਕਟਰ ਦੀ ਗੱਲ ਕਰਦੇ ਹਾਂ ਵੀ ਕਾਰਪੋਰੇਟ ਨੂੰ ਛੱਡੀਏ ਤੇ ਜਿਹੜੇ ਪਬਲਿਕ ਅਦਾਰੇ ਆ ਉਹਨੂੰ ਮਜ਼ਬੂਤ ਕਰੀਏ। ਤਾਂ ਇਹ ਕਾਲ ਵੀ ਦਿੱਤੀ ਜਾ ਸਕਦੀ ਹੈ ਕਿ ਸਾਡਾ ਜਿਹੜਾ ਡੁੱਬ ਰਿਹਾ ਅਦਾਰਾ BSNL ਹੈ, ਸਾਡੇ ਪੰਜਾਬ ਦੇ ਲੋਕ ਘੱਟੋ ਘੱਟ ਉਧਰ ਵੱਲ ਨੂੰ ਜਾਣ ਤਾਂ ਕਿ ਉਹਨੂੰ ਮਜ਼ਬੂਤੀ ਮਿਲੇ ਥੋੜੀ ਬਹੁਤ, ਤੇ ਸਰਕਾਰ ਦੀਆਂ ਵੀ ਅੱਖਾਂ ਖੋਲ੍ਹਣ ਵੀ ਆ ਜਿਹੜੇ ਅਦਾਰੇ ਵੇਚੇ ਜਾ ਰਹੇ ਆ ਜਾਂ ਗਿਰਵੀ ਰੱਖੇ ਜਾ ਰਹੇ ਆ ਪਬਲਿਕ ਸੈਕਟਰ ਦੇ, ਉਹ ਮਜ਼ਬੂਤ ਹੋਣ।
ਆਪਾਂ ਸਾਰੇ ਲੱਗਦਾ ਜਥੇਬੰਦੀਆਂ 'ਚ ਲਗਭਗ ਜ਼ਿਆਦਾਤਰ ਆ ਉਹ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧੀ ਰਹੇ ਆ ਜੀ। ਤੇ ਜਦੋਂ ਵੀ ਕਿਤੇ ਕੋਈ ਅਦਾਰਾ ਸਰਕਾਰੀ ਟੁੱਟਿਆ ਸੀ, ਮੁਲਾਜ਼ਮਾਂ ਨਾਲ ਰਲ ਕੇ ਜਿਹੜਾ ਉਹਦਾ ਵਿਰੋਧ ਕਰਦੇ ਰਹੇ ਆ ਵੀ ਸਰਕਾਰੀ ਜਿਹੜਾ ਜਨਤਕ ਖੇਤਰ ਆ ਉਹਦੇ ਵਿੱਚ ਤਾਂ ਨੌਕਰੀ ਦੀ ਸਿਕਿਉਰਿਟੀ ਹੁੰਦੀ ਆ, ਰੁਜ਼ਗਾਰ ਹੁੰਦਾ ਵਾ। ਪ੍ਰਾਈਵੇਟ ਖੇਤਰ ਰੁਜ਼ਗਾਰ ਵੀ ਖਾ ਲੈਂਦਾ ਵਾ ਤੇ ਪੈਸੇ ਦੀ ਵੀ ਲੁੱਟ ਕਰਦਾ ਵਾ। ਚੱਲ ਅਸੀਂ ਲੋਕਾਂ ਤੇ ਛੱਡ ਦਿੱਤਾ ਵੀ ਤੁਸੀਂ ਜੀਓ ਸਿਮ ਦਾ ਬਾਈਕਾਟ ਕਰੋ, ਬਾਕੀ ਕਿਹੜੀ ਸਿਮ ਪਾਉਣੀ ਆ ਇਹ ਉਹਨਾਂ ਦੇ ਕਰ ਦਿੱਤਾ। ਉਵੇਂ ਠੀਕ ਆ, ਜੇ ਲੋਕ BSNL ਨੂੰ ਵਧਾਵਾ ਦੇਣਗੇ ਤੇ ਉਹਦੇ ਨਾਲ ਰੁਜ਼ਗਾਰ ਜਿਹੜਾ ਪੱਕਾ ਰੁਜ਼ਗਾਰ ਆ ਉਹਦੀ ਗਰੰਟੀ ਬਣੂਗੀ, ਇਹ ਠੀਕ ਕਿਹਾ ਜਾ ਸਕਦਾ। ਉਗਰਾਹਾਂ ਸਾਹਿਬ ਜਿਹੜਾ ਟਰੈਕਟਰ ਮਾਰਚ ਦਾ ਤੁਸੀਂ ਰੱਖਿਆ ਇਹ ਪ੍ਰੋਗਰਾਮ ਉਹ ਹੈਗਾ ਕਿ ਉਹਨੂੰ ਪੋਸਟਪੋਨ ਕੀਤਾ ਗਿਆ? 2 ਤਰੀਕ ਮੈਂ ਕਿਹਾ ਵੀ ਹੈਗਾ ਉਗਰਾਹਾਂ ਗਰੁੱਪ ਦਾ ਜੀ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਾਂ ਬਾਕੀਆਂ ਦਾ ਤਾਲਮੇਲ? ਨਹੀਂ ਇਹ ਸਾਡੀ ਇਕੱਲੀ ਜਥੇਬੰਦੀ ਉਹਦੇ 'ਚੋਂ ਹਮਾਇਤ ਤੌਰ ਤੇ ਕੁਝ ਕਿਸਾਨ ਜਿਹੜੇ ਸਾਡੇ ਨਾਲ ਹਰਿਆਣੇ ਵਾਲੇ ਬੈਠੇ ਆ, ਕੁਝ ਜਥੇਬੰਦੀਆਂ ਬੈਠੀਆਂ ਆ, ਉਹਨਾਂ ਨੇ ਹੰਗਾਰਾ ਭਰਿਆ ਹੈ ਵੀ ਇਹਨੂੰ ਅਸੀਂ ਹਰਿਆਣੇ ਦੇ ਆਮ ਕਿਸਾਨਾਂ ਦਾ ਉਹਦਾ ਸਾਂਝਾ ਬਣਾਵਾਂਗੇ। ਕਰਾਂਗੇ ਜੀ ਹਰਿਆਣਾ ਇਹ ਵੀ ਕਰਾਂਗੇ। ਹੋਰ ਮੀਟਿੰਗ ਦੇ ਵਿੱਚ ਸੀਗੇ, ਪ੍ਰਚਾਰਿਆ ਜਾ ਰਿਹਾ ਵੀ ਅੱਧੀ ਜਿੱਤ ਹੋਊਗੀ, 50% ਹੋਊਗੀ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕਿਉਂਕਿ ਇਸ ਸੰਘਰਸ਼ ਦੇ ਵਿੱਚੋਂ ਜੇ ਆਪਾਂ ਇਹ ਗੱਲ ਹੁਣੇ ਪ੍ਰਚਾਰ ਦਾਂਗੇ ਵੀ ਇਹ ਅੱਧੀ ਜਿੱਤ ਹੋਊਗੀ, ਹਾਲਾਂਕਿ ਇਹ ਆਰਡੀਨੈਂਸ ਤਾਂ ਆਪਣੇ ਆਪ ਹੀ ਰੱਦ ਹੋ ਚੁੱਕਿਆ ਇੱਕ ਤਾਂ ਪਹਿਲਾਂ ਹੀ, ਕਿਉਂਕਿ 20-25 ਦਿਨ ਉਹਦੀ ਪਹਿਲਾਂ ਮਿਆਦ ਖਤਮ ਹੋ ਚੁੱਕੀ ਸੀ, ਬਿੱਲ ਹਜੇ ਬਣਿਆ ਨਹੀਂ ਸੀ। ਦੇਖੋ ਜਿੰਨੀ ਕੁ ਪ੍ਰਾਪਤੀ ਹੋਈ ਹੈ, ਹਰ ਜਥੇਬੰਦੀ ਦਾ ਆਪਦਾ ਐਨਾਲਿਸਿਸ ਹੈ ਉਹਦਾ ਵੀ ਕਿੰਨੀ ਕੁ ਪ੍ਰਾਪਤੀ ਉਹਨੂੰ ਮੰਨ ਰਹੇ ਆ। ਜਿਹੜੀ ਵੱਡੀ ਗੱਲ ਹੈ ਉਹ ਖੜੀ ਹੈ, MSP ਵਾਲੀ ਗੱਲ ਖੜੀ ਹੈ, ਬਹੁਤ ਵੱਡੀ ਗੱਲ ਹੈ ਉਹ। ਜਿਹੜੀ 3 ਖੇਤੀ ਕਾਨੂੰਨਾਂ ਵਾਲੀ ਗੱਲ ਬਹੁਤ ਵੱਡੀ ਉਹ ਖੜੀ ਹੈ। ਜੇ ਕੋਈ ਇਹ ਕਹਦੇ ਵੀ 100 ਰੁਪਇਆ ਜੇਬ ਚੋਂ ਕੱਢ ਕੇ ਕਿਸੇ ਦੇ 2-5 ਰੁਪਏ ਪਾ ਦਿੰਦਾ ਹੈ, ਉਹਨੂੰ ਕਹੇ ਵੀ ਮੇਰਾ ਤਾਂ ਯਾਰ ਸਮਝੌਤਾ ਹੋ ਗਿਆ, ਮੇਰੀ ਰਕਮ ਮੁੜੇ, ਇਹ ਨਹੀਂ ਠੀਕ ਹੁੰਦਾ। ਇਹ ਅੰਸ਼ਕ ਪ੍ਰਾਪਤੀ ਹੈ, ਮੁੜੀ ਹੈ ਸਰਕਾਰ, ਦਾਬ ਮੰਨਿਆ ਅੰਦੋਲਨ ਦੀ ਸਰਕਾਰ ਨੇ, ਇਹ ਕਿਹਾ ਜਾ ਸਕਦਾ ਹੈ। ਇਹਨੂੰ ਵੱਡੀ ਪ੍ਰਾਪਤੀ ਨਹੀਂ ਕਿਹਾ ਜਾ ਸਕਦਾ। ਪੰਦੇਰ ਸਾਹਿਬ, ਸਾਰੇ ਜਥੇਬੰਦੀਆਂ ਮੰਨਦੀਆਂ ਨੇ ਕਿ ਟੇਬਲ ਟਾਕ ਨਾਲ ਮਸਲਾ ਹੱਲ ਹੋਣਾ, ਤੁਸੀਂ ਮੀਟਿੰਗ ਦੇ ਵਿੱਚ ਨਹੀਂ ਗਏ, ਲੱਗਦਾ ਕਿ ਕਿਉਂਕਿ ਸਾਰੀ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਟੇਬਲ ਟਾਕ ਨਾਲ ਮਸਲਾ ਹੱਲ ਹੋਣਾ, ਹੁਣ 4 ਤਰੀਕ ਨੂੰ ਮੀਟਿੰਗ ਦੇ ਵਿੱਚ ਤੁਸੀਂ ਜਾਓਗੇ? ਅਸੀਂ ਇਸ ਗੱਲ ਤੋਂ ਕਦੀ ਨਹੀਂ ਇਨਕਾਰ ਕਰਦੇ ਵੀ ਟੇਬਲ ਟਾਕ ਨਾਲ ਮਸਲਾ ਨਹੀਂ ਹੱਲ ਹੋਣਾ। ਅਸੀਂ ਤਾਂ ਦਲੀਲ ਦਿੰਦੇ ਰਹੇ ਵੀ ਸਟੇਟ ਦਾ ਮੁਖੀ ਬੋਲਦਾ ਕੀ ਆ। ਹੋਣ ਵਾਲੀਆਂ ਵਰਸ਼ਨਾਂ ਬਦਲੀਆਂ ਨੇ ਸੁਰਾਂ, ਠੀਕ ਹੈ, ਜਾਂ ਠੋਸ ਏਜੰਡਾ ਰੱਖੇ ਗਏ। ਅਸੀਂ ਤਾਂ ਗੱਲਬਾਤ ਲਈ ਕਹਿੰਦੇ ਆ ਵੀ ਜਿਹੜੇ ਹਾਲਾਤ ਉਪਜੇ ਜਾ ਰਹੇ ਨੇ ਉਹਨਾਂ ਹਾਲਾਤਾਂ ਵਿੱਚ ਗੱਲ ਸੰਭਵ ਨਹੀਂ ਹੈਗੀ। ਤੁਸੀਂ ਗੱਲਬਾਤ ਲਈ ਹਾਲਾਤ ਤਾਂ ਪੈਦਾ ਕਰੋ, ਉਵੇਂ ਚੱਲ ਜਮਹੂਰੀਅਤ ਤੇ ਗੱਲ ਕਰ ਲਈ। ਹਾਲਾਤ ਪੈਦਾ ਕੀਤੇ ਨੇ, 2 ਬਿੱਲ ਵਾਪਸ ਕੀਤੇ ਨੇ, ਹੁਣ ਜਾਓਗੇ ਮੀਟਿੰਗ ਦੇ ਵਿੱਚ? ਅਸੀਂ ਇਹਨੂੰ ਐਂ ਤਾਂ ਨਹੀਂ ਮੰਨਦੇ, ਕਹਿੰਦੇ ਆ ਵੀ ਲੋਕਾਂ ਦੇ ਦਬਾਅ ਹੇਠ ਕੁਛ ਨਾ ਕੁਛ ਤਾਂ ਪ੍ਰਾਪਤੀ ਹੋਈ ਆ, 2-3 ਵਾਲੀ ਗੱਲ ਨਹੀਂ ਹੈ। ਫਿਰ ਵੀ ਅਸੀਂ ਜਦੋਂ ਗੱਲਬਾਤ ਤੇ ਆਵਰੋਗੇ ਉੱਤੇ ਵਿਚਾਰ ਕਰਾਂਗੇ। ਮੈਂ ਨਹੀਂ, ਮੇਰੀ ਜਥੇਬੰਦੀ ਵਿਚਾਰ ਕਰੂਗੀ, ਸੋਚਾਂਗੇ ਕੀ ਕਰਨਾ। ਕੀ ਤੁਹਾਨੂੰ ਸੱਦਾ ਵੀ ਆਉਂਦਾ ਹੈ ਸਰਕਾਰ ਵੱਲੋਂ ਇਸ ਜਥੇਬੰਦੀਆਂ ਨੂੰ, ਜਿਹੜਾ ਸੰਯੁਕਤ ਕਿਸਾਨ ਮੋਰਚੇ ਨੂੰ ਆਉਂਦਾ ਹੈ ਸਰਕਾਰ ਵੱਲੋਂ ਮੀਟਿੰਗ ਲਈ, ਜਾਂ ਸੱਦਾ ਹੀ ਨਹੀਂ ਆਉਂਦਾ ਤੁਹਾਨੂੰ? ਆਉਂਦਾ ਹੀ ਸਾਨੂੰ ਲਗਾਤਾਰ ਜਿੰਨੇ ਕਾਲਸ ਆਈ ਸਾਰੀਆਂ ਦੀ ਚਿੱਠੀ ਆ, ਉਹ 'ਚ ਸੱਦਾ ਹੁੰਦਾ ਸਾਡੀ ਜਥੇਬੰਦੀ ਨੂੰ, ਸਾਰੀਆਂ ਮੀਟਿੰਗਾਂ ਦਾ ਆਇਆ। ਇਹ ਕਿਸੇ ਨਾਲ ਜੁੜਿਆ ਸਵਾਲ ਹੈ, ਜਿਹੜੀਆਂ ਹੁਣ ਤੁਹਾਡੇ ਨਾਲ ਜਥੇਬੰਦੀਆਂ ਮਹਾਰਾਸ਼ਟਰ ਜਾਂ ਹੋਰ ਸੂਬਿਆਂ ਤੋਂ ਨਾਲ ਜੁੜੀਆਂ, ਇਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨੇ, ਜਾਂ ਤੁਸੀਂ ਜਿਹੜਾ ਉਧਰ ਚਲਾ ਰਹੇ ਹੋ ਧਰਨਾ ਟਿਕਰੀ ਬਾਰਡਰ ਦੀ ਅਗਵਾਈ ਕਰ ਰਹੇ ਹੋ ਉਹਦੇ ਨਾਲ ਨੇ ਤੁਹਾਡੇ? जब बीमारी ठीक नहीं होती है, माँ बाप दवा पिलाते हैं, बच्चे को पीने का प्रयास नहीं करते। तो जानते हो, तो ये बीमारी ठीक करने के लिए, दवा पिलाने के लिए हाथ और पैर दाब कर रखना पड़ता है। तो थोड़ा ताकत से दाब करके ही बीमारी ठीक किया जाएगा। ताकत निर्माण हो रही है, जो हो रहा पूरे भारत का, हो जाने तो सब कुछ ठीक हो जाएगा। ਇੱਕ ਸੰਗਠਨ ਸੀਗਾ ਸਾਡੇ ਨਾਲ ਜਿਹੜਾ ਆਇਆ, ਜਿਹੜਾ ਸੰਯੁਕਤ ਮੋਰਚੇ ਸੀਗਾ, ਬਾਕੀ ਸਾਰੇ ਸੰਗਠਨ ਸੰਯੁਕਤ ਮੋਰਚੇ 'ਚ ਨਹੀਂ ਹੈਗੇ। ਕੁਝ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਤਾਂ ਅਸੀਂ ਉਹਨਾਂ ਨੂੰ ਵੇਖ ਕੇ ਗਿਲੇ ਆਏ ਹਾਂ, ਤੁਹਾਡੇ ਪਲੇਟਫਾਰਮ ਦਿੱਤਾ। ਕੁਝ ਗਰਾਹਾਂ ਸਾਈਡ ਵਾਲੀ ਤੇ ਉੱਥੇ ਉਹਨਾਂ ਨੇ ਪਲੇਟਫਾਰਮ ਮੁਹੱਈਆ ਕਰਾਇਆ ਤੁਹਾਡੇ ਸਾਹਮਣੇ ਵੀ ਅਸੀਂ ਆਉਣੇ, ਅਸੀਂ ਕਿਉਂ ਇਨਕਾਰ ਕਰੀਏ? ਜਾਓ ਬਈ, ਠੀਕ ਆ, ਹੋਰ ਵੱਡਾ ਕਰਾਂਗੇ ਆਪਦਾ ਘੇਰਾ। ਦੇਖੋ ਤੁਹਾਨੂੰ ਸਾਰੇ ਸਾਫ਼ ਕਰ ਦਿੰਦੇ ਹਾਂ, ਅਸੀਂ ਸੰਯੁਕਤ ਮੋਰਚੇ ਦਾ ਅੰਗ ਨਹੀਂ ਹਾਂ, ਨਾ ਅਸੀਂ 400 ਜਥੇਬੰਦੀ ਦਾ ਅੰਗ ਹਾਂ, ਨਾ ਅਸੀਂ 200-250 ਜਥੇਬੰਦੀ ਦਾ ਅੰਗ ਹਾਂ। ਅਸੀਂ ਇਹਨਾਂ ਦੇ ਹਿੱਸਾ ਨਹੀਂ ਹਾਂ। ਪਰ ਇਸ ਅੰਦੋਲਨ ਦੇ ਵਿੱਚ ਚਾਹੇ ਸੰਯੁਕਤ ਮੋਰਚੇ ਦਾ ਫੈਸਲਾ ਹੋਵੇ, ਚਾਹੇ ਕੋਈ ਹੋਰ ਲੜ ਰਹੇ ਹਿੱਸੇ ਦਾ ਫੈਸਲਾ ਹੋਵੇ, ਚਾਹੇ ਸਾਡੇ ਨਾਲ ਨਾ ਬੋਲਣ ਵਾਲੀ ਜਥੇਬੰਦੀ ਦਾ ਫੈਸਲਾ ਹੋਵੇ, ਉੱਥੇ ਅਸੀਂ ਇਸ ਅੰਦੋਲਨ ਦੇ ਵਿੱਚ ਉਹਨਾਂ ਨਾਲ ਇੱਕ ਸੁਰ ਹੋ ਕੇ ਚੱਲਦੇ। ਅੱਜ ਜਮੇਰ ਸਿੰਘ ਲੱਖੋਵਾਲ ਹੋਰਾਂ ਦਾ ਵਿਰੋਧ ਹੋਇਆ ਜੀ ਉਧਰ ਵਾਲੇ ਪੰਡਾਲ ਦੇ ਵਿੱਚ, ਮੰਚ ਦੇ ਵਿੱਚ, ਕਿਵੇਂ ਦੇਖਦੇ ਹੋ? ਨਹੀਂ ਕਰਨਾ ਚਾਹੀਦਾ, ਆਸ ਹਾਲਤ 'ਚ ਨਹੀਂ ਕਰਨਾ ਚਾਹੀਦਾ। ਧੰਨਵਾਦ, ਬਹੁਤ ਧੰਨਵਾਦ। ਸਰ ਗਿਆ।
सर गए। तेरा सर गया बस तेरे सर